ਪਿਆਰੇ ਵਿਦਿਆਰਥੀਓ, ਅੱਜ ਅਸੀਂ ਕਰਨ ਜਾ ਰਹੇ ਹਾਂ 9ਵੀਂ ਜਮਾਤ ਦਾ ਸਾਇੰਸ ਵਿਸ਼ੇ ਦਾ ਅਧਿਆਇ 4 ਪਰਮਾਣੂ ਦੀ ਬਣਤਰ ਦੇ ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ। ਉਮੀਦ ਹੈ ਤੁਸੀਂ ਇਸ ਅਧਿਆਇ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਅਸੀਂ ਇਸ ਸਮਝ ਦੇ ਆਧਾਰ ਤੇ ਹੀ ਇਸ ਅਧਿਆਇ ਦੇ ਵਿੱਚ ਜਿਹੜੇ ਪ੍ਰਸ਼ਨ ਦਿੱਤੇ ਦੇ ਨੇ ਉਹ ਦੇਖਣਾ ਹੈ ਕਿ ਉਹਨਾਂ ਦਾ ਉੱਤਰ ਅਸੀਂ ਕਿਸ ਤਰ੍ਹਾਂ ਲਿਖਣਾ ਹੈ, ਕਿੰਨਾ ਲਿਖਣਾ ਹੈ ਤੇ ਕੀ ਲਿਖਣਾ ਹੈ। ਪਿਆਰੇ ਵਿਦਿਆਰਥੀਓ, ਅਭਿਆਸ ਦਾ ਪ੍ਰਸ਼ਨ ਨੰਬਰ 1, ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਦੇ ਗੁਣਾਂ ਦੀ ਤੁਲਨਾ ਕਰੋ। ਇਸ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਸਮਝੋ ਕਿ ਤਿੰਨ ਚੀਜ਼ਾਂ ਦੇ ਨਾਮ ਲਿਖੇ ਹੋਏ ਨੇ, ਇਲੈਕਟ੍ਰਾਨ, ਪ੍ਰੋਟਾਨ ਤੇ ਨਿਊਟ੍ਰਾਨ। ਅਸੀਂ ਇਹਨਾਂ ਦੇ ਗੁਣਾਂ ਦੀ ਤੁਲਨਾ ਕਰਨੀ ਹੈ। ਇਸ ਦਾ ਉੱਤਰ ਕਿਸ ਤਰ੍ਹਾਂ ਲਿਖਣਾ ਹੈ? ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਇੱਕ ਚਾਰਟ ਆਪਾਂ ਬਣਾਇਆ ਹੈ। ਉਸ ਚਾਰਟ ਦੇ ਵਿੱਚ ਆਪਾਂ ਇਹਨਾਂ ਦੇ ਗੁਣਾਂ ਦੀ ਤੁਲਨਾ ਕਰਾਂਗੇ। ਪਹਿਲਾ ਗੁਣ ਚਾਰਜ। ਇਲੈਕਟ੍ਰਾਨ ਦੇ ਥੱਲੇ ਅਸੀਂ ਲਿਖਿਆ ਰਿਣ ਚਾਰਜਿਤ, ਮਤਲਬ ਇਲੈਕਟ੍ਰਾਨ ਜਿਹੜੇ ਨੇ ਉਹ ਰਿਣ ਚਾਰਜਿਤ ਹੁੰਦੇ ਨੇ। ਪ੍ਰੋਟਾਨ ਧਨ ਚਾਰਜਿਤ, ਇਹ ਧਨ ਚਾਰਜਿਤ ਹੁੰਦੇ ਨੇ। ਨਿਊਟ੍ਰਾਨ ਇਹਨਾਂ ਦੇ ਉੱਤੇ ਕੋਈ ਚਾਰਜ ਨਹੀਂ ਹੁੰਦਾ, ਇਸ ਲਈ ਇਹਦੇ ਨੀਚੇ ਲਿਖਿਆ ਕੋਈ ਚਾਰਜ ਨਹੀਂ। ਸਥਿਤੀ, ਹੁਣ ਅਸੀਂ ਇਹ ਸਥਿਤੀ ਦੱਸਾਂਗੇ ਵੀ ਇਲੈਕਟ੍ਰਾਨ, ਪ੍ਰੋਟਾਨ ਤੇ ਨਿਊਟ੍ਰਾਨ ਦੀ ਸਥਿਤੀ ਇਹ ਕਿੱਥੇ ਸਥਿਤ ਹੁੰਦੇ ਨੇ। ਇਲੈਕਟ੍ਰਾਨ ਦੇ ਨੀਚੇ ਹੈ ਨਿਊਕਲੀਅਸ ਦੇ ਦੁਆਲੇ ਚੱਕਰ ਲਗਾਉਂਦੇ ਹਨ। ਪ੍ਰੋਟਾਨ ਦੇ ਥੱਲੇ ਲਿਖਾਂਗੇ ਨਿਊਕਲੀਅਸ ਵਿੱਚ ਮੌਜੂਦ ਹੁੰਦੇ ਹਨ। ਨਿਊਟ੍ਰਾਨ ਨਿਊਕਲੀਅਸ ਵਿੱਚ ਮੌਜੂਦ ਹੁੰਦੇ ਹਨ। ਮੇਰੇ ਮੁਤਾਬਕ ਤੇ ਤੁਹਾਨੂੰ ਇਹਦਾ ਉੱਤਰ ਜਿਹੜਾ ਸਪਸ਼ਟ ਹੋ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਲਿਖਣਾ ਹੈ। ਦੋ ਗੁਣਾਂ ਦਾ ਆਪਾਂ ਕੰਪੈਰੀਜ਼ਨ ਕੀਤਾ ਹੈ। ਪਿਆਰੇ ਵਿਦਿਆਰਥੀਓ, ਇਸ ਅਭਿਆਸ ਦਾ ਪ੍ਰਸ਼ਨ ਨੰਬਰ 2, ਜੇ ਥਾਮਸਨ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ ਕੀ ਹਨ। ਇਸ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ ਕਿ ਇੱਕ ਪਰਮਾਣੂ ਦਾ ਮਾਡਲ ਜੇ ਥਾਮਸਨ ਦੁਆਰਾ ਦਿੱਤਾ ਗਿਆ, ਉਹਦੇ 'ਚ ਕੁਝ ਕਮੀਆਂ ਨੇ। ਉਹਨਾਂ ਕਮੀਆਂ ਦਾ ਆਪਾਂ ਜ਼ਿਕਰ ਕਰਾਂਗੇ ਇਹਦੇ ਉੱਤਰ ਦੇ ਵਿੱਚ। ਇਹਦਾ ਉੱਤਰ ਇਸ ਪ੍ਰਕਾਰ ਹੋਏਗਾ। ਨੰਬਰ 1, ਇਹ ਮਾਡਲ ਰਦਰਫੋਰਡ ਦੇ ਐਲਫਾ ਕਣ ਖਿੰਡਾਓ ਪ੍ਰਯੋਗ ਦੀ ਵਿਆਖਿਆ ਨਹੀਂ ਕਰ ਸਕਿਆ। ਨੰਬਰ 2, ਇਸ ਮਾਡਲ ਦਾ ਕੋਈ ਪ੍ਰਯੋਗੀ ਆਧਾਰ ਨਹੀਂ ਹੈ। ਇਸ ਅਭਿਆਸ ਦਾ ਪ੍ਰਸ਼ਨ ਨੰਬਰ 3, ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ। ਰਦਰਫੋਰਡ ਨੇ ਵੀ ਇੱਕ ਪਰਮਾਣੂ ਮਾਡਲ ਦਿੱਤਾ, ਉਹਦੇ 'ਚ ਕੁਝ ਕਮੀਆਂ ਨੇ, ਉਹਦਾ ਅਸੀਂ ਜ਼ਿਕਰ ਕਰਨਾ ਉੱਤਰ ਦੇ ਵਿੱਚ। ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ। ਨੰਬਰ 1, ਇਹ ਮਾਡਲ ਪਰਮਾਣੂ ਦੀ ਸਥਿਰਤਾ ਨੂੰ ਨਹੀਂ ਸਮਝਾ ਸਕਿਆ। ਨੰਬਰ 2, ਇਹ ਮਾਡਲ ਹਾਈਡਰੋਜਨ ਅਤੇ ਹੋਰ ਪਰਮਾਣੂਆਂ ਦੇ ਸਪੈਕਟਰਮ ਬਾਰੇ ਵਿਆਖਿਆ ਨਹੀਂ ਕਰ ਸਕਿਆ। ਪਿਆਰੇ ਵਿਦਿਆਰਥੀਓ, ਇਸ ਅਭਿਆਸ ਦਾ ਪ੍ਰਸ਼ਨ ਨੰਬਰ 4, ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ। ਜਿਹੜਾ ਮਾਡਲ ਪਰਮਾਣੂ ਮਾਡਲ ਬੋਹਰ ਨੇ ਦਿੱਤਾ, ਉਹਦੀ ਆਪਾਂ ਇਸ ਪ੍ਰਸ਼ਨ ਦੇ ਉੱਤਰ 'ਚ ਵਿਆਖਿਆ ਕਰਨੀ ਹੈ। ਇਹਦਾ ਉੱਤਰ ਇਸ ਤਰ੍ਹਾਂ ਹੋਏਗਾ। ਨੰਬਰ 1, ਪਰਮਾਣੂ ਦਾ ਸਾਰਾ ਧਨ ਚਾਰਜ ਅਤੇ ਲਗਭਗ ਸਾਰਾ ਪੁੰਜ, ਜਿਹਨੂੰ ਆਪਾਂ P+N ਮਤਲਬ ਪ੍ਰੋਟੋਨ ਪਲੱਸ ਨਿਊਟ੍ਰੋਨ ਵੀ ਕਹਿੰਦੇ ਆ, ਪਰਮਾਣੂ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਜਾਂ ਕੇਂਦਰਕ ਕਹਿੰਦੇ ਹਨ। ਨੰਬਰ 2, ਰਿਣ ਚਾਰਜਿਤ ਇਲੈਕਟ੍ਰਾਨ ਕੁਝ ਵਿਸ਼ੇਸ਼ ਆਰਬਿਟਾਂ ਵਿੱਚ ਚੱਕਰ ਲਗਾਉਂਦੇ ਹਨ। ਨੰਬਰ 3, ਜਦੋਂ ਇਲੈਕਟ੍ਰਾਨ ਇਸ ਵਿਸ਼ੇਸ਼ ਪਥ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ। ਨੰਬਰ 4, ਵਿਸ਼ੇਸ਼ ਨਿਸ਼ਚਿਤ ਆਰਬਿਟਾਂ ਨੂੰ ਕੈਪੀਟਲ K, ਕੈਪੀਟਲ L, ਕੈਪੀਟਲ M ਅਤੇ ਕੈਪੀਟਲ N ਆਦਿ ਦਾ ਨਾਮ ਦਿੰਦੇ ਹਨ, ਜੋ N ਬਰਾਬਰੇ 1, 2, 3, 4 ਨੂੰ ਦਰਸਾਉਂਦੇ ਹਨ। ਪਿਆਰੇ ਵਿਦਿਆਰਥੀਓ, ਇਸ ਅਭਿਆਸ ਦਾ ਪ੍ਰਸ਼ਨ ਨੰਬਰ 5, ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ। ਪ੍ਰਸ਼ਨ ਤੋਂ ਮੇਰਾ ਖਿਆਲ ਹੈ ਤੁਹਾਨੂੰ ਸਾਰਾ ਸਪਸ਼ਟ ਹੋ ਗਿਆ ਹੈ ਕਿ ਇਸ ਅਧਿਆਇ 'ਚ ਜਿਹੜੇ ਵੀ ਪਰਮਾਣੂ ਮਾਡਲ ਦਿੱਤੇ ਗਏ ਨੇ ਉਹਨਾਂ ਦੀ ਅਸੀਂ ਤੁਲਨਾ ਕਰਨੀ ਹੈ ਤੇ ਉੱਤਰ 'ਚ ਉਹਨਾਂ ਦੀ ਤੁਲਨਾ ਬਾਰੇ ਕੁਝ ਗੱਲਾਂ ਲਿਖਣੀਆਂ ਨੇ। ਇਹਦਾ ਉੱਤਰ ਇਸ ਤਰ੍ਹਾਂ ਹੋਏਗਾ। ਸਭ ਤੋਂ ਪਹਿਲਾਂ ਦੇਖੋ, ਤੁਸੀਂ ਲਿਖਿਆ ਹੋਇਆ ਥਾਮਸਨ ਦਾ ਮਾਡਲ, ਦੂਜਾ ਰਦਰਫੋਰਡ ਦਾ ਮਾਡਲ, ਤੀਸਰਾ ਬੋਹਰ ਦਾ ਮਾਡਲ। ਮਤਲਬ ਅਭਿਆਸ ਦੇ ਵਿੱਚ 3 ਮਾਡਲ ਦਿੱਤੇ ਗਏ ਨੇ, ਆਪਾਂ ਤਿੰਨੇ ਇੱਥੇ ਲਿਖ ਦਿੱਤੇ ਨੇ। ਹੁਣ ਅਸੀਂ ਇਹਨਾਂ ਦੇ ਜਿਹੜੇ ਗੁਣ ਨੇ ਉਹਦੇ ਬਾਰੇ ਜ਼ਿਕਰ ਕਰਾਂਗੇ ਤੇ ਆਪਣੇ ਆਪ ਹੀ ਤੁਲਨਾ ਹੋ ਜਾਏਗੀ। ਸਭ ਤੋਂ ਪਹਿਲੇ ਥਾਮਸਨ ਦੇ ਮਾਡਲ ਬਾਰੇ
ਪਰਮਾਣੂ ਧਨ ਚਾਰਜਿਤ ਗੋਲਾ ਹੈ। ਰਦਰਫੋਰਡ ਦੇ ਮਾਡਲ 'ਚ ਕੀ ਹੈ? ਧਨ ਚਾਰਜ ਪਰਮਾਣੂ ਦੇ ਕੇਂਦਰ ਵਿੱਚ ਸੰਗਣਿਤ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਬੋਹਰ ਦੇ ਮਾਡਲ 'ਚ ਕੀ ਲਿਖਿਆ ਗਿਆ ਹੈ? ਧਨ ਚਾਰਜ ਪਰਮਾਣੂ ਦੇ ਕੇਂਦਰ ਵਿੱਚ ਸੰਗਣਿਤ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਦੂਸਰਾ ਜਿਹੜਾ ਗੁਣ ਹੈ ਥਾਮਸਨ ਦੇ ਮਾਡਲ ਦੀ ਪਹਿਲੇ ਆਪਾਂ ਗੱਲ ਕਰਾਂਗੇ। ਇਲੈਕਟ੍ਰੋਨ ਪੂਰੇ ਗੋਲੇ ਵਿੱਚ ਕਿਤੇ ਕਿਤੇ ਖੁੱਬੇ ਹੁੰਦੇ ਹਨ। ਰਦਰਫੋਰਡ ਦੇ ਮਾਡਲ 'ਚ ਕੀ ਕਿਹਾ ਗਿਆ? ਇਲੈਕਟ੍ਰੋਨ ਨਿਊਕਲੀਅਸ ਦੁਆਲੇ ਕੁਝ ਨਿਸ਼ਚਿਤ ਆਰਬਿਟਾਂ 'ਚ ਚੱਕਰ ਕੱਢਦੇ ਹਨ। ਬੋਹਰ ਦੇ ਮਾਡਲ 'ਚ ਲਿਖਿਆ ਗਿਆ ਇਲੈਕਟ੍ਰੋਨ ਨਿਊਕਲੀਅਸ ਦੁਆਲੇ ਕੁਝ ਨਿਸ਼ਚਿਤ ਆਰਬਿਟਾਂ 'ਚ ਚੱਕਰ ਕੱਢਦੇ ਹਨ। ਸੋ ਇਹ ਸੀਗੀ ਇਹਨਾਂ ਦੀ ਤੁਲਨਾ। ਅਭਿਆਸ ਦਾ ਪ੍ਰਸ਼ਨ ਨੰਬਰ 6। ਪਹਿਲੇ 18 ਤੱਤਾਂ ਦੇ ਵੱਖ-ਵੱਖ ਸ਼ੈੱਲਾਂ ਵਿੱਚ ਇਲੈਕਟ੍ਰੋਨ ਵੰਡ ਦੇ ਨਿਯਮ ਨੂੰ ਲਿਖੋ। ਪ੍ਰਸ਼ਨ ਦਾ ਮਤਲਬ ਹੈ ਕਿ ਕੋਈ ਨਿਯਮ ਹੈ ਜਿਹਦੇ ਮੁਤਾਬਕ ਆਪਾਂ ਇਲੈਕਟ੍ਰੋਨ ਵੰਡ ਕਰਦੇ ਹਾਂ ਪਹਿਲੇ 18 ਤੱਤਾਂ ਦੇ ਵੱਖ-ਵੱਖ ਸ਼ੈੱਲਾਂ ਵਿੱਚ। ਉਹਦਾ ਕੋਈ ਨਿਯਮ ਹੈ, ਉਹਦੇ ਬਾਰੇ ਆਪਾਂ ਜ਼ਿਕਰ ਕਰਨਾ ਇਸ ਦੇ ਉੱਤਰ ਦੇ ਵਿੱਚ। ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ। 'nਵੇਂ ਸ਼ੈੱਲ ਵਿੱਚ 2n ਦੀ ਘਾਤ 2 ਇਲੈਕਟ੍ਰੋਨ ਹੁੰਦੇ ਹਨ। ਇਸ ਲਈ ਪਹਿਲੇ 18 ਤੱਤਾਂ ਲਈ ਇਲੈਕਟ੍ਰਾਨੀ ਵੰਡ ਬਰਾਬਰੇ 2, 8, 8 ਅਨੁਸਾਰ ਹੁੰਦੀ ਹੈ। ਅਭਿਆਸ ਦਾ ਪ੍ਰਸ਼ਨ ਨੰਬਰ 7। ਸਿਲੀਕਾਨ ਅਤੇ ਆਕਸੀਜਨ ਦੀ ਉਦਾਹਰਣ ਲੈ ਕੇ ਸੰਯੋਜਕਤਾ ਦੀ ਪਰਿਭਾਸ਼ਾ ਦਿਓ। ਮਤਲਬ ਕਿ ਆਪਾਂ ਸੰਯੋਜਕਤਾ ਦੀ ਪਰਿਭਾਸ਼ਾ ਦੇਣੀ ਹੈ, ਪਰ ਉਹਦੇ 'ਚ ਆਪਾਂ ਸਿਲੀਕਾਨ ਤੇ ਆਕਸੀਜਨ ਦੀ ਉਦਾਹਰਣ ਨਾਲ ਲੈਣੀ ਹੈ। ਇਹਦਾ ਉੱਤਰ ਇਸ ਤਰ੍ਹਾਂ ਹੋਏਗਾ। ਸੰਯੋਜਕਤਾ ਆਪਣੇ ਬਾਹਰੀ ਸ਼ੈੱਲ ਦਾ ਅਸ਼ਟਕ ਪੂਰਾ ਕਰਨ ਲਈ ਇੱਕ ਪਰਮਾਣੂ ਕਿਸੇ ਹੋਰ ਪਰਮਾਣੂ ਨੂੰ ਜਿੰਨੇ ਇਲੈਕਟ੍ਰੋਨ ਦਿੰਦਾ ਹੈ ਜਾਂ ਪ੍ਰਾਪਤ ਕਰਦਾ ਹੈ ਜਾਂ ਸਾਂਝੇ ਕਰਦਾ ਹੈ, ਉਸ ਨੂੰ ਪਰਮਾਣੂ ਦੀ ਸੰਯੋਜਕਤਾ ਕਹਿੰਦੇ ਹਨ। ਸੋ ਇਹ ਸੀ ਉਦਾਹਰਣ ਸੰਯੋਜਕਤਾ ਦੀ। ਹੁਣ ਅਸੀਂ ਸਿਲੀਕਾਨ ਦੀ ਉਦਾਹਰਣ ਲੈਣੇ ਆ। ਸਿਲੀਕਾਨ ਬਰਾਬਰੇ Z ਜਿਹਦਾ 14 ਬਰਾਬਰੇ 2, 8, 4 ਇਹਦੀ ਜਿਹੜੀ ਇਲੈਕਟ੍ਰੋਨਿਕ ਤਰਤੀਬ ਹੈ ਅਲੱਗ-ਅਲੱਗ ਸ਼ੈੱਲਾਂ ਦੇ ਵਿੱਚ ਉਹ ਲਿਖੀ ਗਈ ਹੈ। ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਲਈ ਸਿਲੀਕਾਨ 4 ਇਲੈਕਟ੍ਰੋਨ ਕਿਸੇ ਹੋਰ ਪਰਮਾਣੂ ਨਾਲ ਸਾਂਝੇ ਕਰਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਸਿਲੀਕਾਨ ਦੀ ਸੰਯੋਜਕਤਾ 4 ਹੈ। ਜੇ ਆਪਾਂ ਆਕਸੀਜਨ ਦੀ ਗੱਲ ਕਰੀਏ, ਉਹਦਾ Z 8 ਹੈ, ਉਹਦੀ ਇਲੈਕਟ੍ਰੋਨਿਕ ਤਰਤੀਬ 2, 6 ਹੋਏਗੀ। ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਲਈ ਆਕਸੀਜਨ 2 ਇਲੈਕਟ੍ਰੋਨ ਕਿਸੇ ਹੋਰ ਪਰਮਾਣੂ ਤੋਂ ਪ੍ਰਾਪਤ ਕਰਦਾ ਹੈ। ਕਿਉਂਕਿ ਇਹ 6 ਇਲੈਕਟ੍ਰੋਨ ਨਾ ਤੇ ਕਿਸੇ ਨੂੰ ਦੇ ਸਕਦਾ, ਇਸ ਲਈ ਇਹਨੂੰ 8 ਪੂਰੇ ਕਰਨ ਲਈ 2 ਇਲੈਕਟ੍ਰੋਨ ਕਿਸੇ ਤੋਂ ਪ੍ਰਾਪਤ ਕਰਨੇ ਪੈਣਗੇ। ਇਸ ਲਈ ਆਕਸੀਜਨ ਦੀ ਸੰਯੋਜਕਤਾ 2 ਹੈ। ਪਿਆਰੇ ਵਿਦਿਆਰਥੀਓ, ਪ੍ਰਸ਼ਨ ਨੰਬਰ 8। ਉਦਾਹਰਣ ਸਹਿਤ ਵਿਆਖਿਆ ਕਰੋ। ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਕ ਅਤੇ ਸਮਭਾਰਕ। ਸਮਸਥਾਨਕਾਂ ਦੇ ਕੋਈ 2 ਲਾਭ ਲਿਖੋ। ਇਸ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਹੋਏਗਾ। ਊੜਾ। ਸਭ ਤੋਂ ਪਹਿਲੇ ਆਪਾਂ ਪਰਮਾਣੂ ਸੰਖਿਆ ਦੀ ਪਰਿਭਾਸ਼ਾ ਦੇਵਾਂਗੇ। ਪਰਮਾਣੂ ਸੰਖਿਆ ਜਿਹਨੂੰ ਆਪਾਂ Z ਦੇ ਨਾਲ ਵੀ ਲਿਖਦੇ ਹਾਂ, ਉਹਦੀ ਪਰਿਭਾਸ਼ਾ ਇਸ ਤਰ੍ਹਾਂ। ਕਿਸੇ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਗਿਣਤੀ ਨੂੰ ਪਰਮਾਣੂ ਸੰਖਿਆ ਕਹਿੰਦੇ ਹਨ। ਉਦਾਹਰਣ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਹਨ, ਇਸ ਲਈ ਇਸ ਦੀ ਪਰਮਾਣੂ ਸੰਖਿਆ 6 ਹੈ। ਐੜਾ। ਪੁੰਜ ਸੰਖਿਆ ਦੀ ਹੁਣ ਆਪਾਂ ਪਰਿਭਾਸ਼ਾ ਲਿਖਾਂਗੇ, ਜਿਹਨੂੰ ਆਪਾਂ A ਦੇ ਨਾਲ ਵੀ ਲਿਖਦੇ ਹਾਂ। ਇਸ ਦੀ ਪਰਿਭਾਸ਼ਾ ਇਸ ਤਰ੍ਹਾਂ। ਕਿਸੇ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟਰਾਨਾਂ ਦੇ ਜੋੜ ਨੂੰ ਪੁੰਜ ਸੰਖਿਆ ਕਹਿੰਦੇ ਹਨ। ਉਦਾਹਰਣ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਅਤੇ 6 ਨਿਊਟਰਾਨ ਹਨ, ਇਸ ਲਈ ਇਸ ਦੀ ਪੁੰਜ ਸੰਖਿਆ 6 ਹੈ। ਈੜੀ। ਸਮਸਥਾਨਕ ਜਾਂ ਆਈਸੋਟੋਪ ਦੀ ਪਰਿਭਾਸ਼ਾ
इस तरह समस्थानक एक ही तत्त दे परमाणु ਹਨ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ ਕਾਰਬਨ ਦੇ ਸਮਸਥਾਨਕ C612 ਅਤੇ C614 ਹਨ। ਸੱਸਾ ਭਾਗ ਸਮਭਾਰਕ ਜਾਂ ਆਈਸੋਬਾਰ, ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਹੋਏਗੀ, ਸਮਭਾਰਕ ਉਹ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਪਰ ਪਰਮਾਣੂ ਸੰਖਿਆ ਵੱਖਰੀ ਹੁੰਦੀ ਹੈ। ਉਦਾਹਰਨ ਵਜੋਂ C614 ਅਤੇ N714 ਸਮਭਾਰਕ ਹਨ। ਆਓ ਹੁਣ ਆਪਾਂ ਸਮਸਥਾਨਕਾਂ ਦੇ ਲਾਭ ਲਿਖੀਏ। ਨੰਬਰ 1, ਯੂਰੇਨੀਅਮ ਦੇ ਇੱਕ ਸਮਸਥਾਨਕ ਦੀ ਵਰਤੋਂ ਪਰਮਾਣੂ ਭੱਠੀ ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਨੰਬਰ 2, ਕੈਂਸਰ ਦੇ ਇਲਾਜ ਵਿੱਚ ਕੋਬਾਲਟ ਦੇ ਸਮਸਥਾਨਕ ਦੀ ਵਰਤੋਂ ਹੁੰਦੀ ਹੈ। ਨੰਬਰ 3, ਥਾਇਰਾਇਡ ਰੋਗ ਦੇ ਇਲਾਜ ਵਿੱਚ ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਹੁੰਦੀ ਹੈ। ਅਭਿਆਸ ਦਾ ਪ੍ਰਸ਼ਨ ਨੰਬਰ 9, ਸੋਡੀਅਮ ਆਇਨ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸ਼ੈਲ ਹੁੰਦੇ ਹਨ, ਵਿਆਖਿਆ ਕਰੋ। ਇਸ ਦਾ ਉੱਤਰ ਇਸ ਪ੍ਰਕਾਰ ਹੋਏਗਾ। ਸੋਡੀਅਮ ਦੀ ਇਲੈਕਟ੍ਰੋਨਿਕ ਤਰਤੀਬ, ਸੋਡੀਅਮ ਜਿਹਦਾ Z11 ਹੈ, ਪਰਮਾਣੂ ਸੰਖਿਆ 11 ਹੈ, ਉਹਦੀ ਇਲੈਕਟ੍ਰੋਨਿਕ ਤਰਤੀਬ 2,8,1 ਹੈ। ਸੋਡੀਅਮ ਆਇਨ ਦੀ ਇਲੈਕਟ੍ਰੋਨਿਕ ਤਰਤੀਬ 2,8 ਹੈ। ਇਸ ਲਈ ਸੋਡੀਅਮ ਆਇਨ ਦੇ K ਸ਼ੈਲ ਦੇ ਵਿੱਚ 2 ਅਤੇ L ਸ਼ੈਲ 'ਚ 8, ਇਹ ਸ਼ੈਲ ਪੂਰੇ ਭਰੇ ਹੋਏ ਹਨ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਪ੍ਰਸ਼ਨ ਨੰਬਰ 10 ਦੇਖਾਂਗੇ ਇਸ ਅਧਿਆਇ ਦਾ। ਜੇ ਬ੍ਰੋਮੀਨ ਪਰਮਾਣੂ ਦੋ ਸਮਸਥਾਨਕਾਂ ਬ੍ਰੋਮੀਨ 3579 49.7% ਅਤੇ ਬ੍ਰੋਮੀਨ 3581 50.3% ਦੇ ਰੂਪ ਵਿੱਚ ਹਨ ਤਾਂ ਬ੍ਰੋਮੀਨ ਪਰਮਾਣੂ ਦੇ ਔਸਤ ਪਰਮਾਣੂ ਪੁੰਜ ਦੀ ਗਣਨਾ ਕਰੋ। ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ। ਬ੍ਰੋਮੀਨ ਪਰਮਾਣੂ ਦਾ ਔਸਤ ਪੁੰਜ ਬਰਾਬਰੇ 79 ਗੁਣਾ 49.7/100 ਜਮਾ 81 ਗੁਣਾ 50.3/100 ਬਰਾਬਰੇ 3926.3/100 ਜਮਾ 4074.3/100 ਬਰਾਬਰੇ 8000.6/100 ਜਿਹਦਾ ਕਿ ਉੱਤਰ ਕੀ ਹੋਏਗਾ, ਬਰਾਬਰੇ 80.006 ਯੂਨਿਟ ਤੇ ਲਿਖਣਾ ਹੀ ਪਏਗਾ, ਇਕਾਈ ਤੇ ਲਿਖਣੀ ਪਏਗੀ ਸਾਨੂੰ ਇਹਦੇ ਨਾਲ। ਆਓ ਹੁਣ ਅਸੀਂ ਪ੍ਰਸ਼ਨ ਨੰਬਰ 11 ਬਾਰੇ ਗੱਲ ਕਰੀਏ। ਇੱਕ ਤੱਤ X ਦਾ ਪਰਮਾਣੂ ਪੁੰਜ 16.2 ਹੈ ਤਾਂ ਇਸ ਦੇ ਇੱਕ ਨਮੂਨੇ ਵਿੱਚ ਸਮਸਥਾਨਕ X816 ਅਤੇ X818 ਦਾ ਪ੍ਰਤੀਸ਼ਤ ਕੀ ਹੋਵੇਗਾ? ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ। ਔਸਤ ਪਰਮਾਣੂ ਪੁੰਜ ਬਰਾਬਰੇ 16.2 ਮੰਨ ਲਓ X816 ਸਮਸਥਾਨਕ ਦਾ ਪ੍ਰਤੀਸ਼ਤ Y ਪ੍ਰਤੀਸ਼ਤ ਹੈ ਤਾਂ X818 ਸਮਸਥਾਨਕ ਦਾ ਪ੍ਰਤੀਸ਼ਤ 100 ਘਟਾਓ Y ਪ੍ਰਤੀਸ਼ਤ ਹੋਏਗਾ। ਇਸ ਲਈ 18 ਗੁਣਾ Y/100 ਜਮਾ 16 ਗੁਣਾ 100 ਘਟਾਓ Y/100 ਬਰਾਬਰੇ 16.2। 18Y ਜਮਾ 1600 ਘਟਾਓ 16Y/100 ਬਰਾਬਰੇ 16.2। 18Y ਜਮਾ 1600 ਘਟਾਓ 16Y ਬਰਾਬਰੇ 1620। 2Y ਬਰਾਬਰੇ 1620 ਘਟਾਓ 1600 ਬਰਾਬਰੇ 20 ਹੋਏਗਾ। ਇਸ ਤੋਂ ਪਤਾ ਲੱਗਦਾ ਹੈ ਕਿ Y ਬਰਾਬਰੇ 20/2 ਬਰਾਬਰੇ 10 ਹੈ। ਇਸ ਲਈ X816 ਸਮਸਥਾਨਕ ਦਾ ਪ੍ਰਤੀਸ਼ਤ 10% ਹੋਏਗਾ ਅਤੇ X818 ਸਮਸਥਾਨਕ ਦਾ ਪ੍ਰਤੀਸ਼ਤ 90% ਹੋਏਗਾ। ਅਧਿਆਇ ਦਾ ਪ੍ਰਸ਼ਨ ਨੰਬਰ 12, ਜੇ ਤੱਤ ਦਾ Z ਯਾਨੀ ਕਿ ਪਰਮਾਣੂ ਅੰਕ ਬਰਾਬਰੇ 3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ
ਤੱਤ ਦਾ ਨਾਮ ਵੀ ਲਿਖੋ। ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ, ਪਰਮਾਣੂ ਅੰਕ 3 ਵਾਲਾ ਤੱਤ ਲੀਥੀਅਮ ਹੈ। ਲੀਥੀਅਮ ਲਈ ਜਿਹਦਾ ਪਰਮਾਣੂ ਅੰਕ 3 ਹੈ ਬਰਾਬਰ 2,1 ਇਹ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ। ਇਸ ਲਈ ਲੀਥੀਅਮ ਦੀ ਸੰਯੋਜਕਤਾ +1 ਹੈ। ਅਧਿਆਇ ਦਾ ਪ੍ਰਸ਼ਨ ਨੰਬਰ 13, ਦੋ ਪਰਮਾਣੂ ਸਪੀਸੀਜ਼ ਦੇ ਨਿਊਕਲੀਅਸਾਂ ਦੀ ਬਣਤਰ ਹੇਠਾਂ ਦਿੱਤੀ ਗਈ ਹੈ। ਇੱਕ X ਲਿਖਿਆ ਹੋਇਆ ਹੈ, ਇੱਕ Y ਲਿਖਿਆ ਹੋਇਆ ਹੈ। ਪ੍ਰੋਟਾਨ ਬਰਾਬਰ 6, ਨਿਊਟਰਾਨ ਬਰਾਬਰ 6 ਤੇ 8। X ਅਤੇ Y ਦੀ ਪੁੰਜ ਸੰਖਿਆ ਗਿਆਤ ਕਰੋ। ਇਹਨਾਂ ਸਪੀਸੀਜ਼ ਵਿੱਚ ਕੀ ਸੰਬੰਧ ਹੈ? ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ, X ਦੀ ਪੁੰਜ ਸੰਖਿਆ ਬਰਾਬਰ ਪ੍ਰੋਟਾਨ ਜਮਾ ਨਿਊਟਰਾਨ ਬਰਾਬਰ 6 ਜਮਾ 6 ਬਰਾਬਰ 12 ਹੈ। Y ਦੀ ਪੁੰਜ ਸੰਖਿਆ ਬਰਾਬਰ ਪ੍ਰੋਟਾਨ ਪਲੱਸ ਨਿਊਟਰਾਨ ਬਰਾਬਰ 6 ਜਮਾ 8 ਬਰਾਬਰ 14। ਦੋਵੇਂ ਸਪੀਸੀਜ਼ ਇੱਕੋ ਤੱਤ ਕਾਰਬਨ ਦੇ ਸਮ ਸਥਾਨਕ ਹਨ। ਇਸ ਅਧਿਆਇ ਦਾ ਪ੍ਰਸ਼ਨ ਨੰਬਰ 14, ਹੇਠ ਲਿਖੇ ਕਥਨਾਂ ਵਿੱਚ ਗਲਤ ਲਈ F ਅਤੇ ਸਹੀ ਲਈ T ਲਿਖੋ। ਮਤਲਬ ਕੁਝ ਕਥਨ ਲਿਖੇ ਗਏ ਨੇ, ਜੇ ਤੁਹਾਨੂੰ ਲੱਗਦਾ ਹੈ ਕਿ ਉਹ ਕਥਨ ਸਹੀ ਹੈ ਤੇ ਉਹਦੇ ਲਈ T ਲਿਖਣਾ, ਜੇ ਉਹ ਗਲਤ ਹੈ ਤੇ F ਲਿਖਣਾ। ਪਹਿਲਾ ਕਥਨ, ਜੇ ਥਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ ਨਿਊਕਲੀਅਨਸ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇਹ ਕਥਨ ਗਲਤ ਹੈ, ਇਸ ਲਈ ਇਹਨੂੰ ਆਪਾਂ F ਲਿਖਾਂਗੇ। ਇੱਕ ਇਲੈਕਟ੍ਰੋਨ ਅਤੇ ਪ੍ਰੋਟਾਨ ਮਿਲ ਕੇ ਨਿਊਟਰਾਨ ਦਾ ਨਿਰਮਾਣ ਕਰਦੇ ਹਨ, ਇਸ ਲਈ ਇਹ ਅਨਚਾਰਜਿਤ ਹੋ ਜਾਂਦਾ ਹੈ। ਇਹ ਵੀ ਕਥਨ ਗਲਤ ਹੈ, ਇਸ ਲਈ ਆਪਾਂ F ਲਿਖਾਂਗੇ। ਇਲੈਕਟ੍ਰਾਨ ਦਾ ਪੁੰਜ ਪ੍ਰੋਟਾਨ ਨਾਲੋਂ ਲਗਭਗ 1/1837 ਗੁਣਾ ਹੁੰਦਾ ਹੈ। ਇਹ ਬਿਲਕੁਲ ਸਹੀ ਕਥਨ ਹੈ, ਇਸ ਲਈ ਆਪਾਂ T ਲਿਖਾਂਗੇ। ਆਇਓਡੀਨ ਦੇ ਸਮ ਸਥਾਨਕ ਦੀ ਵਰਤੋਂ ਟਿੰਕਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ। ਇਸ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਹੁੰਦੀ ਹੈ। ਇਹ ਬਿਲਕੁਲ ਗਲਤ ਹੈ, ਇਹ ਗਲਤ ਕਥਨ ਹੈ, ਇਸ ਲਈ ਇਹਦੇ ਲਈ ਆਪਾਂ F ਲਿਖਾਂਗੇ। ਪਿਆਰੇ ਵਿਦਿਆਰਥੀਓ, ਹੁਣ ਜੋ ਅਭਿਆਸ ਦੇ ਵਿੱਚ ਲਿਖਿਆ ਹੋਇਆ ਹੈ, ਪ੍ਰਸ਼ਨ ਸੰਖਿਆ 15, 16 ਅਤੇ 17 ਵਿੱਚ ਸਹੀ ਦੇ ਸਾਹਮਣੇ ਟਿਕ ਦਾ ਚਿੰਨ੍ਹ ਅਤੇ ਗਲਤ ਦੇ ਸਾਹਮਣੇ ਕਾਂਟੇ ਦਾ ਚਿੰਨ੍ਹ ਲਗਾਓ। ਪ੍ਰਸ਼ਨ ਨੰਬਰ 15, ਰਦਰਫੋਰਡ ਦਾ ਐਲਫਾ ਕਣ ਖਿੰਡਾਊ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ? ਊੜਾ ਭਾਗ ਹੈ ਪਰਮਾਣੂ ਨਿਊਕਲੀਅਸ, ਐੜਾ ਇਲੈਕਟ੍ਰਾਨ, ਈੜੀ ਭਾਗ ਪ੍ਰੋਟਾਨ, ਸੱਸਾ ਭਾਗ ਨਿਊਟਰਾਨ। ਹੁਣ ਤੁਸੀਂ ਦੇਖ ਰਹੇ ਹੋ ਕਿ 4 ਸਾਡੇ ਕੋਲ ਉੱਤਰ ਨੇ, ਜਿਹਦੇ 'ਚ ਆਪਾਂ ਸਹੀ ਤੇ ਗਲਤ ਦੀ ਚੋਣ ਕਰਨੀ ਹੈ। ਇਹਦੇ 'ਚ ਪਰਮਾਣੂ ਨਿਊਕਲੀਅਸ ਸਹੀ ਹੈ, ਇਹਦੇ ਅੱਗੇ ਆਪਾਂ ਟਿਕ ਲਗਾ ਦਿੱਤਾ। ਇਲੈਕਟ੍ਰੋਨ ਗਲਤ ਹੈ, ਇਹਦੇ ਅੱਗੇ ਕਾਂਟੇ ਦਾ ਨਿਸ਼ਾਨ ਲਗਾਤਾ। ਪ੍ਰੋਟਾਨ ਵੀ ਗਲਤ ਹੈ, ਇਹਦੇ ਅੱਗੇ ਕਾਂਟੇ ਦਾ ਨਿਸ਼ਾਨ ਹੈ। ਨਿਊਟਰਾਨ ਵੀ ਗਲਤ ਹੈ, ਇਹਦੇ ਅੱਗੇ ਵੀ ਆਪਾਂ ਕਾਂਟੇ ਦਾ ਨਿਸ਼ਾਨ ਲਗਾ ਦਿੱਤਾ ਹੈ। ਪ੍ਰਸ਼ਨ ਨੰਬਰ 16, ਇੱਕ ਤੱਤ ਦੇ ਸਮ ਸਥਾਨਕ ਵਿੱਚ ਹੁੰਦੇ ਹਨ। ਊੜਾ ਭਾਗ ਸਮਾਨ ਭੌਤਿਕ ਗੁਣ, ਐੜਾ ਭਾਗ ਭਿੰਨ ਰਸਾਇਣਿਕ ਗੁਣ, ਈੜੀ ਭਾਗ ਨਿਊਟਰਾਨਾਂ ਦੀ ਵੱਖ-ਵੱਖ ਸੰਖਿਆ, ਸੱਸਾ ਭਾਗ ਭਿੰਨ ਪਰਮਾਣੂ ਸੰਖਿਆ। ਇਹਦੇ 'ਚ ਸਮਾਨ ਭੌਤਿਕ ਗੁਣ ਬਿਲਕੁਲ ਗਲਤ ਹੈ, ਇਸ ਲਈ ਇਹਦੇ ਅੱਗੇ ਆਪਾਂ ਕਾਂਟੇ ਦਾ ਨਿਸ਼ਾਨ ਲਗਾਵਾਂਗੇ। ਭਿੰਨ ਰਸਾਇਣਿਕ ਗੁਣ ਵੀ ਗਲਤ ਹੈ, ਇਹਦੇ ਅੱਗੇ ਵੀ ਕਾਂਟੇ ਦਾ ਨਿਸ਼ਾਨ ਲੱਗੇਗਾ। ਨਿਊਟਰਾਨਾਂ ਦੀ ਵੱਖ-ਵੱਖ ਸੰਖਿਆ ਇਹ ਬਿਲਕੁਲ ਸਹੀ ਹੈ, ਇਸ ਲਈ ਇਹਦੇ ਅੱਗੇ ਆਪਾਂ ਟਿਕ ਦਾ ਨਿਸ਼ਾਨ ਲਗਾਵਾਂਗੇ। ਭਿੰਨ ਪਰਮਾਣੂ ਸੰਖਿਆ ਇਹ ਵੀ ਗਲਤ ਹੈ, ਇਹਦੇ ਅੱਗੇ ਵੀ ਕਾਂਟੇ ਦਾ ਨਿਸ਼ਾਨ ਜਿਹੜਾ ਉਹ ਲੱਗੇਗਾ। ਪ੍ਰਸ਼ਨ ਨੰਬਰ 17, ਕਲੋਰੀਨ ਆਇਨ ਵਿੱਚ ਸੰਯੋਜਕਤਾ ਇਲੈਕਟ੍ਰਾਨਾਂ ਦੀ ਸੰਖਿਆ ਹੈ। ਊੜਾ ਭਾਗ ਹੈ 16, ਐੜਾ ਭਾਗ 8, ਈੜੀ ਭਾਗ 17 ਤੇ ਸੱਸਾ ਭਾਗ 18। ਪਿਆਰੇ ਵਿਦਿਆਰਥੀਓ, ਊੜੇ ਭਾਗ 'ਚ 16 ਲਿਖਿਆ, ਇਹ ਗਲਤ ਹੈ, ਇਸ ਲਈ ਇਹਦੇ ਅੱਗੇ ਆਪਾਂ ਕਾਂਟੇ ਦਾ ਨਿਸ਼ਾਨ ਲਗਾਵਾਂਗੇ। ਐੜੇ ਭਾਗ ਦੇ ਵਿੱਚ 8 ਲਿਖਿਆ, ਇਹ ਬਿਲਕੁਲ ਠੀਕ ਹੈ, ਇਸ ਲਈ ਇਹਦੇ ਅੱਗੇ ਆਪਾਂ ਟਿਕ ਦਾ ਨਿਸ਼ਾਨ ਲਗਾਵਾਂਗੇ। ਈੜੀ ਭਾਗ 'ਚ 17 ਲਿਖਿਆ, ਇਹ ਵੀ ਗਲਤ ਹੈ, ਇਹਦੇ ਅੱਗੇ ਕਾਂਟੇ ਦਾ ਨਿਸ਼ਾਨ ਲੱਗੇਗਾ। ਸੱਸੇ ਭਾਗ 'ਚ 18 ਲਿਖਿਆ ਗਿਆ, ਇਹ ਵੀ ਗਲਤ ਹੈ,
ਇਹਦੇ ਅੱਗੇ ਵੀ ਆਪਾਂ ਕਾਂਟੇ ਦਾ ਨਿਸ਼ਾਨ ਜਿਹੜਾ ਉਹ ਲਗਾਵਾਂਗੇ। ਪ੍ਰਸ਼ਨ ਨੰਬਰ 18, ਸੋਡੀਅਮ ਦੀ ਸਹੀ ਇਲੈਕਟ੍ਰਾਨ ਵੰਡ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ? ਊੜਾ ਭਾਗ 2,8, ਐੜਾ ਭਾਗ 8,2,1, ਈੜੀ ਭਾਗ 2,1,8, ਸੱਸਾ ਭਾਗ ਹੈ 2,8,1। ਊੜੇ ਭਾਗ ਦੀ ਜੇ ਗੱਲ ਕਰੀਏ ਉਹਦੇ ਚ 2,8 ਲਿਖਿਆ, ਇਹ ਗਲਤ ਹੈ, ਇਸ ਲਈ ਇਹਦੇ ਅੱਗੇ ਕਾਂਟੇ ਦਾ ਨਿਸ਼ਾਨ ਲੱਗੇਗਾ। ਐੜੇ ਭਾਗ ਚ 8,2,1 ਲਿਖਿਆ, ਇਹ ਵੀ ਗਲਤ ਹੈ, ਇਹਦੇ ਅੱਗੇ ਵੀ ਕਾਂਟੇ ਦਾ ਨਿਸ਼ਾਨ ਆਪਾਂ ਲਗਾਵਾਂਗੇ। ਈੜੀ ਭਾਗ ਚ 2,1,8 ਲਿਖਿਆ, ਇਹ ਵੀ ਗਲਤ ਹੈ, ਇਹਦੇ ਅੱਗੇ ਵੀ ਕਾਂਟੇ ਦਾ ਨਿਸ਼ਾਨ ਲੱਗੇਗਾ। ਸੱਸੇ ਭਾਗ ਚ 2,8,1 ਜਿਹੜਾ ਲਿਖਿਆ ਉਹ ਬਿਲਕੁਲ ਸਹੀ ਹੈ, ਇਸ ਲਈ ਇਹਦੇ ਅੱਗੇ ਟਿਕ ਦਾ ਨਿਸ਼ਾਨ ਲੱਗੇਗਾ। ਪ੍ਰਸ਼ਨ ਨੰਬਰ 19, ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ। ਪਿਆਰੇ ਵਿਦਿਆਰਥੀਓ, ਇੱਕ ਸਾਰਣੀ ਦਿੱਤੀ ਹੈ, ਇੱਕ ਟੇਬਲ ਬਣਿਆ ਹੋਇਆ ਹੈ ਇਸ ਪ੍ਰਸ਼ਨ ਦੇ ਵਿੱਚ, ਜਿਹਦੇ 'ਚ ਉੱਪਰ ਲਿਖਿਆ ਹੋਇਆ ਪਰਮਾਣੂ ਸੰਖਿਆ, ਪੁੰਜ ਸੰਖਿਆ, ਨਿਊਟਰਾਨਾਂ ਦੀ ਸੰਖਿਆ, ਪ੍ਰੋਟਾਨਾਂ ਦੀ ਸੰਖਿਆ, ਇਲੈਕਟ੍ਰਾਨਾਂ ਦੀ ਸੰਖਿਆ, ਪਰਮਾਣੂ ਸਪੀਸ਼ੀਜ਼। ਇਹਨਾਂ ਦੇ ਥੱਲੇ ਕੁਝ ਚੀਜ਼ਾਂ ਤੇ ਲਿਖੀਆਂ ਗਈਆਂ ਤੇ ਕੁਝ ਜਗ੍ਹਾ ਤੇ ਖਾਲੀ ਥਾਵਾਂ ਨੇ। ਆਪਾਂ ਉਹਨਾਂ ਖਾਲੀ ਥਾਵਾਂ ਨੂੰ ਭਰਨਾ ਹੈ ਤਾਂ ਜੋ ਇਹਨਾਂ ਦੀ ਜਿਹੜੀ ਹੈ ਬਣਤਰ ਜਿਹੜੀ ਠੀਕ ਬਣ ਸਕੇ। ਸਭ ਤੋਂ ਪਹਿਲੇ ਤੁਸੀਂ ਦੇਖ ਰਹੇ ਹੋ ਕਿ ਪਰਮਾਣੂ ਸੰਖਿਆ ਦੇ ਥੱਲੇ 9 ਲਿਖਿਆ, ਅੱਗੇ ਖਾਲੀ ਥਾਂ ਹੈ। ਨਿਊਟਰਾਨਾਂ ਦੀ ਸੰਖਿਆ ਥੱਲੇ 10 ਲਿਖਿਆ, ਪ੍ਰੋਟਾਨਾਂ ਦੀ ਸੰਖਿਆ ਫੇਰ ਖਾਲੀ ਥਾਂ ਹੈ, ਇਲੈਕਟ੍ਰਾਨਾਂ ਦੀ ਸੰਖਿਆ ਖਾਲੀ ਥਾਂ ਹੈ ਤੇ ਪਰਮਾਣੂ ਸਪੀਸ਼ੀਜ਼ ਵੀ ਖਾਲੀ ਥਾਂ ਹੈ। ਸਭ ਤੋਂ ਪਹਿਲੇ ਤੇ ਆਪਾਂ ਗੱਲ ਕਰੀਏ ਪੁੰਜ ਸੰਖਿਆ। ਤੁਸੀਂ ਜਾਣਦੇ ਹੋ ਪਿਆਰੇ ਵਿਦਿਆਰਥੀਓ, ਪੁੰਜ ਸੰਖਿਆ ਜਿਹੜਾ ਉਹ Z ਜਿਹੜਾ ਉਹ P+N ਦੇ ਬਰਾਬਰ ਹੁੰਦਾ ਹੈ। ਪਰਮਾਣੂ ਸੰਖਿਆ 9 ਹੈ, ਨਿਊਟਰਾਨਾਂ ਦੀ ਸੰਖਿਆ 10 ਹੈ, ਇਸ ਲਈ ਇਸ ਖਾਲੀ ਥਾਂ ਦੇ ਵਿੱਚ 19 ਆਏਗਾ। ਪ੍ਰੋਟਾਨਾਂ ਦੀ ਸੰਖਿਆ ਦੀ ਖਾਲੀ ਥਾਂ ਜਿਹੜੀ ਹੈ ਉੱਥੇ 9 ਆਏਗਾ। ਇਲੈਕਟ੍ਰਾਨਾਂ ਦੀ ਸੰਖਿਆ ਦੇ ਥੱਲੇ ਵੀ 9 ਆਏਗਾ ਤੇ ਇਹ ਜਿਹੜਾ ਪਰਮਾਣੂ ਸਪੀਸ਼ੀਜ਼ ਹੈ ਉਹਦੀ ਖਾਲੀ ਥਾਂ ਇਹਦੀ ਜਗ੍ਹਾ ਤੇ ਫਲੋਰੀਨ ਆਏਗਾ। ਅੱਗੇ ਜਿਹੜਾ ਪਰਮਾਣੂ ਸੰਖਿਆ ਦੇ ਥੱਲੇ ਲਿਖਿਆ 16, ਪੁੰਜ ਸੰਖਿਆ ਦੇ ਥੱਲੇ ਲਿਖਿਆ 32, ਨਿਊਟਰਾਨਾਂ ਦੀ ਸੰਖਿਆ ਦੇ ਥੱਲੇ ਖਾਲੀ ਥਾਂ ਹੈ, ਪ੍ਰੋਟਾਨਾਂ ਦੀ ਸੰਖਿਆ ਦੇ ਥੱਲੇ ਵੀ ਖਾਲੀ ਥਾਂ ਹੈ, ਇਲੈਕਟ੍ਰਾਨਾਂ ਦੀ ਸੰਖਿਆ ਦੇ ਥੱਲੇ ਵੀ ਖਾਲੀ ਥਾਂ ਹੈ ਤੇ ਪਰਮਾਣੂ ਸਪੀਸ਼ੀਜ਼ ਸਲਫਰ ਲਿਖਿਆ ਗਿਆ ਹੈ। ਹੁਣ ਤੁਸੀਂ ਦੇਖੋ ਕਿ ਪੁੰਜ ਸੰਖਿਆ ਜੇ 32 ਹੈ ਤੇ ਆਪਾਂ ਦੇਖ ਰਹੇ ਹਾਂ ਕਿ ਪਰਮਾਣੂ ਸੰਖਿਆ 16 ਲਿਖੀ ਗਈ ਹੈ। 32 ਚੋਂ 16 ਜੇ ਘਟਾਈਏ ਤੇ ਨਿਊਟਰਾਨਾਂ ਦੀ ਸੰਖਿਆ ਜਿਹੜਾ ਖਾਲੀ ਥਾਂ ਹੈ ਉੱਥੇ ਵੀ 16 ਹੀ ਆਏਗਾ। ਪ੍ਰੋਟਾਨਾਂ ਦੀ ਸੰਖਿਆ ਦੇ ਥੱਲੇ ਖਾਲੀ ਥਾਂ ਤੇ ਵੀ 16, ਇਲੈਕਟ੍ਰਾਨਾਂ ਦੀ ਸੰਖਿਆ ਦੀ ਥੱਲੇ ਜਿਹੜੀ ਖਾਲੀ ਥਾਂ ਹੈ ਉੱਥੇ ਵੀ 16 ਹੀ ਆਏਗਾ। ਅੱਗੇ ਦੇਖੋ ਪਰਮਾਣੂ ਸੰਖਿਆ ਦੇ ਥੱਲੇ ਖਾਲੀ ਥਾਂ ਹੈ, ਪੁੰਜ ਸੰਖਿਆ 24 ਲਿਖੀ ਗਈ ਹੈ, ਨਿਊਟਰਾਨਾਂ ਦੀ ਸੰਖਿਆ ਦੇ ਥੱਲੇ ਖਾਲੀ ਥਾਂ ਹੈ, ਪ੍ਰੋਟਾਨਾਂ ਦੀ ਸੰਖਿਆ 12 ਹੈ, ਇਲੈਕਟ੍ਰਾਨਾਂ ਦੀ ਸੰਖਿਆ ਦੇ ਥੱਲੇ ਖਾਲੀ ਥਾਂ ਹੈ ਤੇ ਪਰਮਾਣੂ ਸਪੀਸ਼ੀਜ਼ ਦੇ ਥੱਲੇ ਵੀ ਖਾਲੀ ਥਾਂ ਹੈ। ਤਾਂ ਸਭ ਤੋਂ ਪਹਿਲੇ ਆਪਾਂ ਗੱਲ ਕਰੀਏ ਕਿ ਇਹ ਜਿਹੜੀ ਪਹਿਲੀ ਖਾਲੀ ਥਾਂ ਹੈ, ਤੁਸੀਂ ਪਿਆਰੇ ਵਿਦਿਆਰਥੀਓ ਦੇਖ ਪਾ ਰਹੇ ਹੋ ਕਿ ਜਿਹੜਾ ਸਾਡਾ ਪਰਮਾਣੂ ਸੰਖਿਆ ਦੇ ਥੱਲੇ ਖਾਲੀ ਥਾਂ ਲਿਖੀ ਗਈ ਹੈ, ਉਸ ਖਾਲੀ ਥਾਂ ਨੂੰ ਆਪਾਂ ਭਰਨਾ ਹੈ। ਪੁੰਜ ਸੰਖਿਆ 24 ਹੈ, ਪ੍ਰੋਟਾਨਾਂ ਦੀ ਸੰਖਿਆ ਕਿਉਂਕਿ 12 ਹੈ, ਇਸ ਲਈ ਅਸੀਂ ਜਿਹੜੀ ਸਾਡੀ ਪਰਮਾਣੂ ਸੰਖਿਆ ਉਹਦੇ 'ਚ 12 ਆਏਗਾ। ਨਿਊਟਰਾਨਾਂ ਦੀ ਸੰਖਿਆ 'ਚ ਵੀ 12 ਆਏਗਾ ਕਿਉਂਕਿ 12 ਜਮਾ 12 ਤਾਂ ਹੀ 24 ਬਣੇਗਾ ਤੇ ਇਲੈਕਟ੍ਰਾਨਾਂ ਦੀ ਸੰਖਿਆ ਦੇ ਵਿੱਚ ਵੀ 12 ਹੀ ਆਏਗਾ। ਪਰਮਾਣੂ ਸਪੀਸ਼ੀਜ਼ ਇਹ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਮੈਗਨੀਸ਼ੀਅਮ ਹੈ। ਅੱਗੇ ਜਿਹੜੀ ਸਾਡੇ ਕੋਲ ਖਾਲੀ ਥਾਂ ਲਿਖੀ ਗਈ ਹੈ ਉਹ ਹੈ ਪਰਮਾਣੂ ਸੰਖਿਆ ਦੇ ਥੱਲੇ ਦੇਖੋ ਖਾਲੀ ਥਾਂ ਹੈ ਪਿਆਰੇ ਵਿਦਿਆਰਥੀਓ। ਪੁੰਜ ਸੰਖਿਆ ਜਿਹੜੀ ਹੈ ਉਹਦੇ ਨੀਚੇ ਕੀ ਲਿਖਿਆ ਹੋਇਆ 2, ਨਿਊਟਰਾਨਾਂ ਦੀ
ਸੰਖਿਆ ਜਿਹੜੀ ਹੈ ਉਹਦੇ ਥੱਲੇ ਵੀ ਖਾਲੀ ਥਾਂ ਹੈ। ਪ੍ਰੋਟਾਨਾਂ ਦੀ ਸੰਖਿਆ ਦੇ ਥੱਲੇ 1 ਲਿਖਿਆ ਹੈ, ਇਲੈਕਟ੍ਰੋਨਾਂ ਦੀ ਸੰਖਿਆ ਦੇ ਥੱਲੇ ਖਾਲੀ ਥਾਂ ਹੈ ਤੇ ਪਰਮਾਣੂ ਸਪੀਸ਼ੀਜ਼ ਦੇ ਥੱਲੇ ਵੀ ਖਾਲੀ ਥਾਂ ਹੈ। ਹੁਣ ਕਿਉਂਕਿ ਪੁੰਜ ਸੰਖਿਆ 2 ਹੈ ਅਤੇ ਪ੍ਰੋਟਾਨਾਂ ਦੀ ਸੰਖਿਆ 1 ਹੈ, ਇਸ ਤੋਂ ਸਪਸ਼ਟ ਹੀ ਨਜ਼ਰ ਆ ਰਿਹਾ ਹੈ ਕਿ ਆਪਾਂ ਪਰਮਾਣੂ ਸੰਖਿਆ ਦੇ ਥੱਲੇ ਖਾਲੀ ਥਾਂ 'ਚ 1 ਭਰਾਂਗੇ, ਨਿਊਟਰਾਨਾਂ ਦੀ ਸੰਖਿਆ ਦੀ ਖਾਲੀ ਥਾਂ ਦੇ ਵਿੱਚ ਵੀ 1 ਹੀ ਭਰਾਂਗੇ ਤੇ ਪਰਮਾਣੂ ਸਪੀਸ਼ੀਜ਼ ਜਿਹੜਾ ਹੈ ਉਹਦੇ ਵਿੱਚ ਆਪਾਂ ਡਿਊਟਰੀਅਮ ਭਰਾਂਗੇ ਤੇ ਇਲੈਕਟ੍ਰੋਨਾਂ ਦੀ ਸੰਖਿਆ ਦੇ ਵਿੱਚ ਵੀ 1 ਆਏਗਾ। ਅਗਲਾ ਜਿਹੜਾ ਹੈ ਉਹਦੇ 'ਚ ਵੀ ਦੇਖੋ ਪਰਮਾਣੂ ਸੰਖਿਆ ਦੇ ਨੀਚੇ ਖਾਲੀ ਥਾਂ ਹੈ, ਪੁੰਜ ਸੰਖਿਆ 1 ਹੈ, ਨਿਊਟਰਾਨਾਂ ਦੀ ਸੰਖਿਆ 0 ਲਿਖੀ ਗਈ ਹੈ, ਪ੍ਰੋਟਾਨਾਂ ਦੀ ਸੰਖਿਆ 1 ਹੈ, ਇਲੈਕਟ੍ਰੋਨਾਂ ਦੀ ਸੰਖਿਆ 0 ਹੈ। ਤੇ ਇਹਦੀ ਜੇ ਗੱਲ ਕਰੀਏ ਕਿਉਂਕਿ ਪੁੰਜ ਸੰਖਿਆ 1 ਹੈ, ਨਿਊਟਰਾਨਾਂ ਦੀ ਸੰਖਿਆ 0 ਹੈ, ਇਸ ਲਈ ਸਾਡਾ ਜਿਹੜਾ ਪਰਮਾਣੂ ਸੰਖਿਆ ਉਹ 1 ਖਾਲੀ ਥਾਂ ਦੀ ਜਗ੍ਹਾ ਤੇ 1 ਲਿਖਿਆ ਜਾਏਗਾ ਤੇ ਇਹਦੇ ਵਿੱਚ ਸਪਸ਼ਟ ਹੀ ਨਜ਼ਰ ਆ ਰਿਹਾ ਹੈ ਕਿ ਇਹ ਪਰਮਾਣੂ ਸਪੀਸ਼ੀਜ਼ ਜਿਹੜਾ ਹਾਈਡਰੋਜਨ ਹੈ। ਧੰਨਵਾਦ। ਮੈਂ ਰਜਨੀਸ਼ ਕੁਮਾਰ, BM ਸਾਇੰਸ, ਬਲਾਕ ਬਟਾਲਾ 2, ਜ਼ਿਲ੍ਹਾ ਗੁਰਦਾਸਪੁਰ ਤੋਂ, ਤੇ ਮੇਰੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ, BM ਸਾਇੰਸ, ਬਲਾਕ ਕਲਾਨੌਰ, ਗੁਰਦਾਸਪੁਰ ਤੋਂ, ਜਿਨ੍ਹਾਂ ਨੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਮੇਰੀ ਮਦਦ ਕੀਤੀ। ਧੰਨਵਾਦ ਪਿਆਰੇ ਵਿਦਿਆਰਥੀਓ।